ਗੁੱਡ ਮਾਰਨਿੰਗ एवरीवन। ਕੱਲ ਆਪਾਂ 6th ਥਿਓਰਮ ਦਾ ਫਸਟ ਪਾਰਟ ਕਰ ਲਿਆ ਸੀ। ਅੱਜ ਆਪਾਂ ਸੈਕਿੰਡ ਐਂਡ ਥਰਡ ਪ੍ਰੂਫ ਕਰਨੇ ਆ, ਜਿਹਦੇ ਚ ਆਪਾਂ ਪ੍ਰੂਫ ਕਰਨਾ ਹੈ ਟੋਟਲ ਵੇਰੀਏਸ਼ਨ ਆਫ CF ਇਜ਼ ਇਕੁਅਲਸ ਟੂ ਮੋਡੂਲਸ ਆਫ C ਇਨਟੂ ਟੋਟਲ ਵੇਰੀਏਸ਼ਨ ਆਫ F। ਫੰਕਸ਼ਨ ਹੈ F, ਜਿਹਨੂੰ ਆਪਾਂ ਅਗਰ ਕਿਸੇ ਕਨਸਟੈਂਟ C ਨਾਲ ਮਲਟੀਪਲਾਈ ਕਰ ਦਈਏ ਤਾਂ ਉਹਦੀ ਜਿਹੜੀ ਟੋਟਲ ਵੇਰੀਏਸ਼ਨ ਹੋਊਗੀ ਉਹ ਇਕੁਅਲ ਹੋਊਗੀ ਮੋਡੂਲਸ ਆਫ C ਇਨਟੂ ਦ ਟੋਟਲ ਵੇਰੀਏਸ਼ਨ ਆਫ F। ਸਟਾਰਟ ਕਿਵੇਂ ਕਰਨਾ ਹੈ? ਸਟਾਰਟਿੰਗ ਤੋਂ ਆਪਾਂ ਲੈ ਲਈ ਵੇਰੀਏਸ਼ਨ ਲੈ ਲਈ CF ਫੰਕਸ਼ਨ ਦੀ। ਅਗਰ ਆਪਾਂ F ਫੰਕਸ਼ਨ ਦੀ ਲੈਣੇ ਹੁੰਦੇ ਆ ਤਾਂ ਕੋਈ ਵੀ 2 ਪੁਆਇੰਟਸ ਤੇ ਫੰਕਸ਼ਨ ਦੀ ਵੈਲਿਊ ਦਾ ਮੋਡੂਲਸ ਲੈਣੇ ਹੁੰਦੇ ਆ ਤੇ ਉਹਦਾ ਸਮੇਸ਼ਨ ਲੈਣੇ ਹੁੰਦੇ ਆ। ਇੱਥੇ ਆਪਾਂ CF ਫੰਕਸ਼ਨ ਦੀ ਲੈਣੀ ਹੈ ਤੇ ਟੋਟਲ ਵੇਰੀਏਸ਼ਨ ਆਪਾਂ ਸਟਾਰਟ ਕੀਤੀ। ਸਮੇਸ਼ਨ I varies from 1 to n modulus of CF xi minus CF xi minus 1 is equal to this next ਉਹਨਾਂ ਨੇ ਬ੍ਰੈਕਟ ਹਟਾਤੀ। ਫਿਰ ਕੀ ਕੀਤਾ? ਮੋਡੂਲਸ ਆਫ C ਦੋਨੋਂ ਟਰਮਸ ਚੋਂ ਕਾਮਨ ਆ ਰਿਹਾ ਹੈ ਤਾਂ ਮੋਡੂਲਸ ਆਫ C ਨੂੰ ਬਾਹਰ ਲਿਖ ਲਿਆ ਸਮੇਸ਼ਨ ਤੋਂ, ਤਾਂ ਅੰਦਰ ਬਚ ਗਿਆ ਸਮੇਸ਼ਨ I varies from 1 to n modulus of f of xi minus f of xi minus 1। ਨੈਕਸਟ ਆਪਾਂ ਸੁਪਰੀਮਮ ਲੈ ਲਿਆ ਦੋਨੋਂ ਸਾਈਡਸ ਤੇ। ਅਗਰ ਆਪਾਂ ਲੈਫਟ ਹੈਂਡ ਸਾਈਡ ਤੇ ਲਵਾਂਗੇ ਤਾਂ ਉਹ ਟੋਟਲ ਵੇਰੀਏਸ਼ਨ ਬਣ ਜੂਗੀ CF ਦੀ, ਤੇ ਰਾਈਟ ਹੈਂਡ ਸਾਈਡ ਤੇ ਅਗਰ ਆਪਾਂ ਸੁਪਰੀਮਮ ਲੈ ਲਾਂਗੇ ਤਾਂ ਮੋਡੂਲਸ ਆਫ C, ਤਾਂ ਦੂਸਰੀ ਜਿਹੜੀ ਬਣ ਜੂਗੀ ਉਹ ਬਣ ਜੂਗੀ F ਦੀ ਟੋਟਲ ਵੇਰੀਏਸ਼ਨ। ਤਾਂ ਪ੍ਰੂਫ ਹੋ ਗਿਆ। ਨੈਕਸਟ ਆਪਣੇ ਕੋਲ ਥਰਡ ਪਾਰਟ ਆਪਾਂ ਪ੍ਰੂਵ ਕਰਨਾ ਹੈ। ਕੋਈ ਵੀ F ਤੇ G ਫੰਕਸ਼ਨਸ ਹੈ, ਉਹਨਾਂ ਦੀ ਟੋਟਲ ਵੇਰੀਏਸ਼ਨ ਨੂੰ ਆਪਾਂ ਲੈਸ ਦੈਨ ਇਕੁਅਲਸ ਟੂ A into VF, that is total variation of F plus B into total variation of G ਆਪਾਂ ਪ੍ਰੂਵ ਕਰਨਾ ਹੈ। ਇੱਥੇ ਆਪਣੇ ਕੋਲ A ਤੇ B ਆਪਣੇ ਕੋਲ ਗਿਵਨ ਹੈ ਸਟੇਟਮੈਂਟ ਦੇ ਅੰਦਰ। A is equals to the least upper bound of GX the mod। ਅਗਰ ਆਪਾਂ x ਦੀ ਕਿਸੇ ਵੀ ਜਿਹੜੀ a ਹੈ ਉਹ ਕੀ ਗਿਵਨ ਹੈ ਆਪਣੇ ਕੋਲ? ਲੀਸਟ ਅਪਰ ਬਾਉਂਡ ਗਿਵਨ ਹੈ ਕਾਹਦਾ? gx ਦੇ ਮੋਡ ਦਾ। ਤੇ ਜਿਹੜਾ b ਹੈ ਉਹ ਆਪਣੇ ਕੋਲ ਗਿਵਨ ਹੈ f xi minus 1 ਦਾ ਮੋਡ, ਉਹਦਾ ਲੀਸਟ ਅਪਰ ਬਾਉਂਡ। ਨੈਕਸਟ ਆਪਾਂ ਸਟਾਰਟ ਕਰਨਾ ਹੈ ਸੇਮ ਹੀ ਵੇਰੀਏਸ਼ਨ ਲੈਣੀ ਹੈ ਕਾਹਦੀ? FG ਫੰਕਸ਼ਨ ਦੀ ਵੇਰੀਏਸ਼ਨ ਲੈਣੀ ਹੈ। ਹੁਣ ਆਪਾਂ ਵੇਰੀਏਸ਼ਨ ਕਿਵੇਂ ਲੈਣੇ ਹੁੰਦੇ ਆ? ਕਿਸੇ ਵੀ 2 ਪੁਆਇੰਟਸ ਤੇ ਫੰਕਸ਼ਨ ਦੀ ਵੈਲਿਊ, ਉਹਦਾ ਡਿਫਰੈਂਸ ਤੇ ਉਹਦਾ ਮੋਡੂਲਸ ਬਾਹਰ ਹੁੰਦਾ ਸਮੇਸ਼ਨ ਸਾਈਨ। ਵੇਰੀਏਸ਼ਨ ਲਈ ਸਟਾਰਟ ਕੀਤਾ। ਸਮੇਸ਼ਨ I varies from 1 to n modulus of FG minus FG minus 1। ਨੈਕਸਟ ਸਟੈਪ ਚ ਕੀ ਕੀਤਾ? xi f ਦੇ ਨਾਲ ਵੀ ਲੱਗ ਗਿਆ, g ਦੇ ਨਾਲ ਵੀ ਲੱਗ ਗਿਆ। f gxi minus f minus 1 similarly into gxi minus 1 ਦਾ ਮੋਡ। ਨੈਕਸਟ ਸਟੈਪ ਚ ਉਹਨਾਂ ਨੇ ਕੀ ਕੀਤਾ? ਇੱਕ ਟਰਮ ਐਡ ਕਰਤੀ, ਇੱਕ ਸਬਟਰੈਕਟ ਕਰਤੀ ਸੇਮ ਟਰਮ। f xi minus 1 into g xi ਨਾਲ ਇਹਨਾਂ ਨੇ ਸਬਟਰੈਕਟ ਕਰਤਾ, ਨਾਲ ਹੀ ਐਡ ਕਰਤਾ, ਕੋਈ ਫਰਕ ਨਹੀਂ ਪੈਣਾ। ਕੀ ਕੀਤਾ? ਮੋਡੂਲਸ ਆਫ a plus b ਦਾ ਫਾਰਮੂਲਾ ਲਗਾਤਾ, that is less than equals to mod of a plus mod of b। ਫਸਟ ਦੋ ਟਰਮਸ ਨੂੰ ਇਹਨਾਂ ਨੇ a ਲੈ ਲਿਆ, ਨੈਕਸਟ ਲਾਸਟ ਵਾਲੇ ਦੋ ਟਰਮਸ ਨੂੰ ਇਹਨਾਂ ਨੇ b ਲੈ ਲਿਆ, ਇਹਨਾਂ ਨੂੰ ਅਲੱਗ-ਅਲੱਗ ਕਰਤਾ। ਠੀਕ ਹੈ, that is less than ਦਾ ਸਾਈਨ ਲੱਗਿਆ ਹੋਇਆ ਨੈਕਸਟ ਸਟੈਪ ਚ। less than equals to summation I varies from 1 to n modulus of f xi minus f of xi minus 1 gxi। ਫਸਟ ਦੋ ਟਰਮਸ ਚੋਂ ਕਾਮਨ ਆਂਦਾ ਤਾਂ ਇਹਨਾਂ ਨੇ ਕਾਮਨ ਲੈ ਕੇ ਮੋਡੂਲਸ ਉਹਦਾ ਅਲੱਗ ਲਗਾਤਾ, ਕਿਉਂਕਿ a ਮੋਡੂਲਸ ਆਫ a b ਕੀ ਹੁੰਦਾ? ਮੋਡੂਲਸ ਆਫ a into ਮੋਡੂਲਸ ਆਫ b। ਸਿਮਿਲਰਲੀ ਸੈਕਿੰਡ b ਵਾਲੀ ਟਰਮ ਚੋਂ f xi minus mod ਦਾ f xi minus 1 ਦਾ ਮੋਡ ਲੈ ਲਿਆ ਕਾਮਨ, ਅੰਦਰ ਆਪਣੇ ਕੋਲ ਬ੍ਰੈਕਟ ਚ ਟਰਮ ਬਚ ਗਈ gxi minus gxi minus 1 ਦਾ ਮੋਡੂਲਸ। ਫਿਰ ਕੀ ਕੀਤਾ? ਆਪਣੇ ਕੋਲ ਹੁਣ ਗਿਵਨ ਸੀ ਕੁਐਸਚਨ ਦੇ ਅੰਦਰ ਜਿਹੜਾ gx ਦਾ ਮੋਡ ਹੈ ਉਹ ਕੀ ਹੈ? ਜਿਹੜਾ ਲੀਸਟ ਅਪਰ ਬਾਉਂਡ ਹੈ ਮੋਡੂਲਸ ਆਫ gx ਦਾ, ਉਹ ਆਪਣੇ ਕੋਲ a ਗਿਵਨ ਹੈ। ਤਾਂ ਹੁਣ ਅਗਰ ਆਪਾਂ ਪਾਰਟੀਸ਼ਨ ਦੇ ਕਿਸੇ ਵੀ ਪੁਆਇੰਟ ਤੇ ਚੈੱਕ ਕਰਾਂਗੇ ਫੰਕਸ਼ਨ ਦੀ ਵੈਲਿਊ ਤੇ ਉਹਦਾ ਮੋਡ, ਤਾਂ ਉਹ ਤਾਂ ਆਲਵੇਜ਼ ਲੈਸ ਦੈਨ a ਆਊਗਾ, ਕਿਉਂਕਿ a ਕੀ ਹੈ? ਲੀਸਟ ਅਪਰ ਬਾਉਂਡ ਹੈ ਸਾਰੀਆਂ ਵੈਲਿਊਜ਼ ਦਾ, ਮੈਕਸਿਮਮ ਸੁਪਰੀਮਮ ਵੈਲਿਊ ਹੈ, ਤਾਂ ਫਿਰ ਉਹ ਕੀ ਆਊਗਾ? ਲੈਸ ਦੈਨ a ਆਊਗਾ। ਅਗਰ gxi ਦੀ ਵੈਲਿਊ ਆਪਾਂ ਚੈੱਕ ਕਰਾਂਗੇ xi ਪੁਆਇੰਟ ਤੇ ਫੰਕਸ਼ਨ g ਦੀ, ਤੇ ਉਹਦਾ ਮੋਡੂਲਸ ਦੇਖਾਂਗੇ, that is less than equals to a। summation I varies from 1 to n mod of fxi minus 1 ਦਾ mod plus similarly fxi minus mod ਕੀ ਹੈ? less than b ਆ ਜਾਊਗਾ, ਉਹਦੀ ਜਗ੍ਹਾ ਤੇ b ਲਗਾਤਾ। summation I varies from 1 to n mod of gxi minus gxi minus 1। ਫਿਰ ਦੋਨੋਂ ਸਾਈਡਸ ਤੇ ਅਗਰ ਆਪਾਂ ਸੁਪਰੀਮਮ ਲੈਨੇ ਆ
ਤਾਂ ਲੈਫਟ ਹੈਂਡ ਸਾਈਡ ਤੇ ਆਪਣੇ ਕੋਲ ਆਪਾਂ ਸਟਾਰਟ ਕਿੱਥੋਂ ਕੀਤਾ ਸੀ, ਵੇਰੀਏਸ਼ਨ ਲਈ ਸੀ gf ਫੰਕਸ਼ਨ ਦੀ। ਅਗਰ ਆਪਾਂ ਸੁਪਰੀਮਮ ਲੈ ਲਈਏ ਤਾਂ ਟੋਟਲ ਵੇਰੀਏਸ਼ਨ ਬਣ ਜੂਗੀ, that is vfg is less than equals to, ਰਾਈਟ ਹੈਂਡ ਸਾਈਡ ਤੇ ਅਗਰ ਆਪਾਂ ਸੁਪਰੀਮਮ ਲੈਂਦੇ ਹਾਂ ਤਾਂ a as it is ਰਹੂਗਾ। ਸੁਪਰੀਮਮ ਲਿਆ, ਸੁਪਰੀਮਮ of mode of I varies from, summation of I varies from 1 to n fxi the mode minus fxi minus 1, ਇਹ ਕੀ ਬਣ ਗਈ, ਟੋਟਲ ਵੇਰੀਏਸ਼ਨ ਬਣ ਗਈ f ਫੰਕਸ਼ਨ ਦੀ। ਸਿਮਿਲਰਲੀ ਸੈਕਿੰਡ ਸਟੈਪ, ਸੈਕਿੰਡ ਕੀ ਬਣ ਜੂ, ਪਲੱਸ b ਟੋਟਲ ਵੇਰੀਏਸ਼ਨ ਆਫ g, ਆਪਣੇ ਕੋਲ ਪ੍ਰੂਫ ਹੋ। ਨੈਕਸਟ ਕ੍ਰੋਲਰੀ ਆਪਾਂ ਨੂੰ ਦਿੱਤੀ ਹੋਈ ਸਟੇਟਮੈਂਟ if f and g are functions of bounded variation on AB then so are f plus g cf and f minus g। f and g functions of bounded variation, then ਜੇ ਬਾਉਂਡਡ ਵੇਰੀਏਸ਼ਨ ਦੇ ਹੋਣਗੇ ਤਾਂ ਇਹਨਾਂ ਦੀ ਟੋਟਲ ਵੇਰੀਏਸ਼ਨ v of f less than infinity ਹੋਊਗੀ and v of g less than infinity ਹੋਊਗੀ। ਅਗਰ ਜੇ ਦੋਨੋਂ ਫਾਈਨਾਈਟ ਹੈ ਤਾਂ ਇਹਨਾਂ ਦਾ ਸਮ ਵੀ less than infinity ਹੋਊਗਾ। then ਆਪਣੇ ਕੋਲ ਟੋਟਲ ਵੇਰੀਏਸ਼ਨ f plus g ਆਪਾਂ ਪਿੱਛੇ ਥਿਊਰਮ ਕੀਤੀ ਸੀਗੀ, ਇਹ ਲੈਸ ਦੈਨ ਕੀ ਹੋਊਗੀ, ਸੈਪਰੇਟਲੀ ਟੋਟਲ ਵੇਰੀਏਸ਼ਨ ਆਫ f ਪਲਸ ਟੋਟਲ ਵੇਰੀਏਸ਼ਨ ਆਫ g। ਤੇ ਹੁਣ ਆਪਣੇ ਕੋਲ ਆਪਾਂ v of f plus v of g ਜੇ ਲੈਸ ਦੈਨ ਇਨਫਿਨਿਟੀ ਹੋਊਗਾ ਤਾਂ obviously ਜਿਹੜਾ ਟੋਟਲ ਵੇਰੀਏਸ਼ਨ ਆਫ f plus g ਹੈ ਤਾਂ ਉਹ ਵੀ ਲੈਸ ਦੈਨ ਇਨਫਿਨਿਟੀ ਹੋਊਗਾ। ਦੈਨ ਆਪਣੇ ਕੋਲ ਪ੍ਰੂਫ ਹੋ ਗਿਆ ਵੀ ਜਿਹੜਾ f plus g ਫੰਕਸ਼ਨ ਹੈ ਉਹ ਬਾਉਂਡਡ ਵੇਰੀਏਸ਼ਨ ਦਾ ਫੰਕਸ਼ਨ ਹੈ। ਆਪਣੇ ਕੋਲ ਹੈਗੀ ਹੈ v of cf ਟੋਟਲ ਵੇਰੀਏਸ਼ਨ ਆਫ cf, ਤੇ ਆਪਾਂ ਪਿੱਛੇ ਪ੍ਰੂਫ ਕੀਤਾ ਸੀ ਥਿਓਰਮ ਦੇ ਵਿੱਚ ਟੋਟਲ ਵੇਰੀਏਸ਼ਨ ਆਫ cf ਇਜ਼ ਇਕੁਅਲ ਟੂ ਮੋਡ ਆਫ c ਇਨਟੂ ਟੋਟਲ ਵੇਰੀਏਸ਼ਨ ਆਫ f। ਠੀਕ ਹੈ, ਹੁਣ ਆਪਣੇ ਕੋਲੇ ਜੇ f ਫੰਕਸ਼ਨ ਲੈਸ ਦੈਨ ਇਨਫਿਨਿਟੀ ਹੈ ਤਾਂ ਉਹਦੇ ਨਾਲ ਜੇ ਕੋਈ ਵੀ ਕਨਸਟੈਂਟ ਆਪਾਂ ਮਲਟੀਪਲਾਈ ਕਰਾਂਗੇ ਤਾਂ ਉਹ ਵੀ ਲੈਸ ਦੈਨ ਇਨਫਿਨਿਟੀ ਹੋਊਗਾ। ਤਾਂ ਆਪਣੇ ਕੋਲ ਪ੍ਰੂਫ ਹੋ ਗਿਆ ਜਿਹੜਾ ਟੋਟਲ ਵੇਰੀਏਸ਼ਨ ਆਫ cf ਹੈ ਇਹ ਲੈਸ ਦੈਨ ਇਨਫਿਨਿਟੀ ਹੋਊਗਾ। ਦੈਨ ਇਹ ਫੰਕਸ਼ਨ ਕੀ ਹੈ, ਬਾਉਂਡਡ ਵੇਰੀਏਸ਼ਨ ਹੈ। ਦੈਨ ਆਪਾਂ ਸਿਮਿਲਰਲੀ ਪ੍ਰੂਫ ਕਰਾਂਗੇ vf minus g, total variation of f minus g is equal to plus minus of 1 into g। ਦੈਨ ਆਪਾਂ ਥਿਊਰਮ ਦੇ ਅਕੋਰਡਿੰਗ ਇਹਨਾਂ ਨੂੰ ਸੈਪਰੇਟਲੀ ਲਿਖ ਲਾਂਗੇ, ਟੋਟਲ ਵੇਰੀਏਸ਼ਨ ਆਫ f ਪਲਸ ਟੋਟਲ ਵੇਰੀਏਸ਼ਨ ਆਫ g ਮਾਈਨਸ ਆਫ 1 ਦਾ ਮੋਡ ਇਨਟੂ v ਆਫ g। ਠੀਕ ਹੈ, ਹੁਣ ਮਾਈਨਸ ਆਫ 1 ਦਾ ਮੋਡ ਤਾਂ 1 ਹੀ ਹੋਊਗਾ ਤੇ ਦੈਨ ਕੀ ਹੋ ਜਾਊਗਾ v ਆਫ f ਪਲਸ v ਆਫ g। ਤੇ ਆਪਣੇ ਕੋਲ ਉੱਪਰ ਦਿੱਤਾ ਹੋਇਆ ਸੀਗਾ ਵੀ ਟੋਟਲ ਵੇਰੀਏਸ਼ਨ ਆਫ f ਐਂਡ g ਦੋਨੋਂ ਲੈਸ ਦੈਨ ਇਨਫਿਨਿਟੀ ਹੈ ਯਾਨੀ ਕਿ ਫਿਨਾਈਟ ਹੈ, ਦੈਨ ਇਹਨਾਂ ਦਾ ਸਮ ਵੀ ਕੀ ਹੋਊਗਾ, ਇਨਫਿਨਿਟੀ ਤੋਂ ਲੈਸ ਹੋਊਗਾ। ਦੈਨ ਆਪਣੇ ਕੋਲ ਕੀ ਪ੍ਰੂਫ ਹੋ ਗਿਆ, ਜਿਹੜਾ ਟੋਟਲ ਵੇਰੀਏਸ਼ਨ ਆਫ f ਮਾਈਨਸ g ਹੈ ਉਹ ਲੈਸ ਦੈਨ ਇਨਫਿਨਿਟੀ ਹੋਏਗਾ। ਦੈਨ ਫਿਰ ਆਪਣੇ ਕੋਲ ਕੀ ਪ੍ਰੂਫ ਹੋ ਗਿਆ, ਜਿਹੜਾ f ਮਾਈਨਸ g ਹੈ ਫੰਕਸ਼ਨ ਉਹ ਬਾਉਂਡਡ ਵੇਰੀਏਸ਼ਨ ਦਾ ਹੈ। ਦੈਨ ਆਪਾਂ ਤਿੰਨੋਂ ਪ੍ਰੂਫ ਕਰਤੇ, f plus g cf and f minus g are functions of bounded variation on AB। Let f be a function defined on AB such that f of x the modulus greater than equal to m for some 0 less than m belongs to R। ਆਪਣੇ ਕੋਲ ਫੰਕਸ਼ਨ ਹੈਗਾ f ਜਿਹੜਾ ਕਿ AB ਇੰਟਰਵਲ ਆਪਾਂ ਨੂੰ ਗਿਵਨ ਹੈ ਤੇ ਇਹਨਾਂ ਨੇ ਦਿੱਤਾ ਹੋਇਆ ਹੈ ਕਿ ਜਿਹੜਾ f of x ਦਾ ਮੋਡੂਲਸ ਹੈ ਉਹ greater than equal to small m ਹੈ। then ਆਪਾਂ ਪ੍ਰੂਫ ਕਰਨਾ ਹੈ v 1 by f less than equal to 1 upon m square vf, ਇਹ ਆਪਾਂ ਨੇ ਪ੍ਰੂਫ ਕਰਨਾ ਹੈ। ਤੇ ਆਪਾਂ ਪਹਿਲਾਂ ਪਾਰਟੀਸ਼ਨ ਮਤਲਬ ਪਾਰਟੀਸ਼ਨ ਲੈ ਲਾਂਗੇ, ਇੰਟਰਵਲ ਆਪਣੇ ਕੋਲ a b ਗਿਵਨ ਹੈ ਉਸ ਤੇ ਆਪਾਂ ਲੈ ਲਾਂਗੇ a is equal to x0 x1 up to xn equal to b, ਜਿਵੇਂ ਆਪਾਂ ਪਾਰਟੀਸ਼ਨ ਪਹਿਲਾਂ ਲੈਣੇ ਆ। ਠੀਕ ਹੈ, ਬਾਈ f ਦਾ ਆਪਾਂ ਟੋਟਲ ਵੇਰੀਏਸ਼ਨ ਨਿਕਾਲਣਾ ਹੈ। 1 by f ਤੇ ਅਪਲਾਈ ਕੀਤਾ, ਵੇਰੀਏਸ਼ਨ ਫੰਕਸ਼ਨ ਐਲਸੀਐਮ ਵਗੈਰਾ ਲੈ ਕੇ ਤੁਹਾਡੇ ਕੋਲ ਆ ਚੀਜ਼ ਬਣ ਗਈ। ਹੁਣ ਤੁਹਾਨੂੰ ਦੇਖੋ f of xi minus f of xi ਦਾ ਮੋਡ ਤਾਂ ਆਪਾਂ ਐਜ਼ ਇਟ ਇਜ਼ ਹੀ ਰੱਖਿਆ ਕਿਉਂਕਿ i ਉਹ ਤੇ ਅਪਲਾਈ ਕੀਤਾ ਹੈ। ਹੁਣ ਡਿਨੋਮੀਨੇਟਰ ਵਾਲੀਆਂ ਜਿਹੜੀਆਂ ਟਰਮਸ ਹੈ ਆਪਾਂ ਉਹਨਾਂ ਦੀ ਵੈਲਿਊ ਸਬਸਟੀਟਿਊਟ ਕਰਨੀ ਹੈ। ਉਹ ਦੇਖੋ ਤੁਹਾਨੂੰ ਸਟੇਟਮੈਂਟ 'ਚ ਇੱਕ ਕੰਡੀਸ਼ਨ ਗਿਵਨ ਹੈ ਕਿ f of x ਕੀ ਹੈ, mod of f of x greater than equal to m for all x for some m belongs to R। ਠੀਕ ਹੈ, ਕਿ ਜਿਹੜਾ ਫੰਕਸ਼ਨ ਦਾ ਮੋਡ ਹੈ ਗ੍ਰੇਟਰ ਦੈਨ ਇਕੁਅਲ ਟੂ m ਹੈ, ਬਟ ਤੁਹਾਨੂੰ ਕੀ ਚਾਹੀਦਾ 1 upon f, ਕਿਉਂਕਿ ਤੁਹਾਡੇ ਕੋਲ ਡਿਨੋਮੀਨੇਟਰ ਦੇ ਵਿੱਚ ਟਰਮ ਪਈਆਂ f of xi ਤੇ f of xi minus 1। ਹੁਣ ਜੇ f of x ਦਾ ਮੋਡ ਤੁਹਾਡਾ ਗ੍ਰੇਟਰ ਦੈਨ ਇਕੁਅਲ ਟੂ m ਹੈ ਤਾਂ ਉੱਥੋਂ 1 upon fx ਦਾ ਮੋਡ ਬਣਾ ਲਓ, ਕੀ ਹੋ ਜੂ, ਫੰਕਸ਼ਨ ਪਏ ਸੀ ਨਾ ਤਾਂ ਦੋਨਾਂ ਦੀ ਵੈਲਿਊ 1 by m ਹੋ ਜੂਗੀ ਤਾਂ ਲੈਸ ਦੈਨ ਇਕੁਅਲ ਟੂ 1 by m ਸਕੁਅਰ ਬਣ ਗਿਆ। ਤੇ ਸੁਪਰੀਮਮ ਲੈਤੇ ਤਾਂ ਲੈਫਟ ਸਾਈਡ ਵਾਲਾ ਸੁਪਰੀਮਮ ਕਿਹਦਾ ਹੋ ਗਿਆ v of 1 by f ਦਾ ਲੈਸ ਦੈਨ ਇਕੁਅਲ ਟੂ 1 by m ਸਕੁਅਰ ਐਜ਼ ਇਟ ਇਜ਼, ਤੇ ਰਾਈਟ ਸਾਈਡ ਵਾਲਾ ਸੁਪਰੀਮਮ ਕਿਹਦਾ ਹੋ ਗਿਆ ਆਪਣੇ ਕੋਲੇ f ਫੰਕਸ਼ਨ ਦਾ।
ਉਹਨੂੰ ਆਪਾਂ ਪਤਾ ਹੀ ਹੈ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ BF ਦੇ ਨਾਲ। ਹੁਣ ਨੈਕਸਟ ਵਨ ਫਰਸਟ ਕਰੋਲਰੀ ਹੈ। ਹੁਣ ਇਹ ਤਾਂ ਸਿੰਪਲੀ ਕਰੋਲਰੀਜ਼ ਹੈ, ਇਹਦੇ ਵਿੱਚ ਸਾਰੇ ਰਿਜ਼ਲਟ ਤੁਹਾਡੇ ਪ੍ਰੀਵੀਅਸ ਵਾਲੇ ਹੀ ਯੂਜ਼ ਹੋਣਗੇ। ਠੀਕ ਹੈ, ਤਾਂ ਦੇਖੋ ਫੰਕਸ਼ਨ ਕੀ ਹੈ, ਕਹਿੰਦੇ ਬਾਉਂਡਡ ਵੇਰੀਏਸ਼ਨ ਦਾ, ਦੈਨ ਕਹਿੰਦੇ ਸੋ ਇਜ਼ 1/f। ਅਗਰ ਕਹਿੰਦੇ f ਬਾਉਂਡਡ ਵੇਰੀਏਸ਼ਨ ਦਾ ਫੰਕਸ਼ਨ ਹੈਗਾ ਤਾਂ ਕਹਿੰਦੇ ਜਿਹੜਾ 1/f ਹੋਊਗਾ ਦੈਟ ਇਜ਼ ਆਲਸੋ ਆਫ ਬਾਉਂਡਡ ਵੇਰੀਏਸ਼ਨ। ਹੁਣੇ ਤੁਸੀਂ ਇੱਕ ਰਿਜ਼ਲਟ ਕੀਤਾ ਸੀ ਕਿ v of 1/f ਲੈਸ ਦੈਨ ਇਕੁਅਲ ਟੂ ਕੀ ਹੈ 1/m ਸਕੁਅਰ ਇਨਟੂ v of f। f ਉਹਨਾਂ ਨੇ ਕਹਿਤਾ ਬਾਉਂਡਡ ਵੇਰੀਏਸ਼ਨ ਦਾ। ਹੁਣ ਅਗਰ ਫੰਕਸ਼ਨ ਬਾਉਂਡਡ ਵੇਰੀਏਸ਼ਨ ਦਾ ਤਾਂ ਉਹਦਾ ਜਿਹੜਾ ਟੋਟਲ ਵੇਰੀਏਸ਼ਨ vf ਹੁੰਦਾ ਉਹ ਤੁਹਾਨੂੰ ਪਤਾ ਹੈ ਕੀ ਹੁੰਦਾ, ਲੈਸ ਦੈਨ ਇਨਫਿਨਿਟੀ। ਇਫ ਐਂਡ ਓਨਲੀ ਇਫ ਰਿਜ਼ਲਟ ਹੈ ਨਾ, ਆਪਾਂ ਨੋਟ ਕੀਤਾ ਸੀ, ਤਾਂ ਉਹ ਲਗਾ ਦਿਓ ਇੱਥੇ, ਤਾਂ ਲੈਸ ਦੈਨ ਇਨਫਿਨਿਟੀ ਬਣ ਗਿਆ। ਇਹਦਾ ਮਤਲਬ ਜਿਹੜਾ ਟੋਟਲ ਵੇਰੀਏਸ਼ਨ ਆ ਗਿਆ 1/f ਫੰਕਸ਼ਨ ਦਾ, ਉਹ ਵੀ ਕੀ ਆ ਗਿਆ, ਲੈਸ ਦੈਨ ਇਨਫਿਨਿਟੀ ਆ ਗਿਆ। ਤੇ ਇਹਦਾ ਮਤਲਬ 1/f ਫੰਕਸ਼ਨ ਵੀ ਕੀ ਹੋ ਗਿਆ, ਬਾਉਂਡਡ ਵੇਰੀਏਸ਼ਨ ਦਾ। ਸੈਕੰਡ ਕਰੋਲਰੀ ਹੈ, ਇਹਦੇ ਵਿੱਚ ਇਹਨਾਂ ਨੇ f upon g ਦੀ ਗੱਲ ਕੀਤੀ ਹੈ। ਤੁਸੀਂ ਪਹਿਲਾਂ ਇਕੱਲੇ 1/f ਦੀ ਗੱਲ ਕੀਤੀ ਸੀ, ਹੁਣ f upon g ਆ ਗਿਆ। ਦੋ ਫੰਕਸ਼ਨ ਦਿੱਤੇ f ਤੇ g, ਦੋਨੇ ਦੇ ਦੋਨੋਂ ਫੰਕਸ਼ਨ ਬਾਉਂਡਡ ਵੇਰੀਏਸ਼ਨ ਦੇ ਹੈਗੇ ਆ, ਤੇ ਕਹਿੰਦੇ gx ਦਾ ਜਿਹੜਾ ਮੋਡ ਆ ਗ੍ਰੇਟਰ ਦੈਨ ਇਕੁਅਲ ਟੂ m ਹੈ। ਦੈਨ ਤੁਸੀਂ ਸ਼ੋ ਕਰਨਾ ਕਿ ਜਿਹੜਾ f upon g ਹੈ ਉਹ ਵੀ ਬਾਉਂਡਡ ਵੇਰੀਏਸ਼ਨ ਦਾ ਹੋਊਗਾ। ਹੁਣ ਜਦੋਂ ਤੁਸੀਂ ਥਿਓਰਮ ਕੀਤੀ ਸੀ ਉਹਦੇ ਵਿੱਚ ਤੁਸੀਂ upon f ਨੂੰ ਸ਼ੋ ਕੀਤਾ ਸੀ, ਉੱਥੇ ਤੁਹਾਨੂੰ ਸਟੇਟਮੈਂਟ 'ਚ ਕੀ ਦਿੱਤਾ ਹੋਇਆ ਸੀ ਕਿ f ਦਾ ਮੋਡ ਕੀ ਹੈ, ਗ੍ਰੇਟਰ ਦੈਨ ਇਕੁਅਲ ਟੂ m ਹੈ, ਮਤਲਬ ਜੋ ਵੀ ਡਿਨੋਮੀਨੇਟਰ 'ਚ ਟਰਮ ਪਈ ਹੈ। ਹੁਣ ਇੱਥੇ ਤੁਹਾਡੇ ਕੋਲ ਡਿਨੋਮੀਨੇਟਰ 'ਚ ਕਿਹੜਾ ਫੰਕਸ਼ਨ ਹੈ, g ਫੰਕਸ਼ਨ ਹੈ, ਤਾਂ g ਤੇ ਕੰਡੀਸ਼ਨ ਤੁਹਾਨੂੰ ਗਿਵਨ ਹੋਣੀ ਚਾਹੀਦੀ ਹੈ ਸਟੇਟਮੈਂਟ 'ਚ ਕਿ gx ਦਾ ਮੋਡ ਕੀ ਹੈ, ਗ੍ਰੇਟਰ ਦੈਨ ਇਕੁਅਲ ਟੂ m, ਕਿਉਂਕਿ ਆਪਾਂ ਨੂੰ ਇੱਥੋਂ 1/g ਦੀ ਵੈਲਿਊ ਮਿਲ ਜਾਏਗੀ। ਬਸ ਸਿੰਪਲ ਹੈ, ਦੇਖੋ g ਕੀ ਹੈ, ਬਾਉਂਡਡ ਵੇਰੀਏਸ਼ਨ ਦਾ। ਅਗਰ g ਬਾਉਂਡਡ ਵੇਰੀਏਸ਼ਨ ਦਾ ਫੰਕਸ਼ਨ ਹੈ ਤਾਂ 1/g ਵੀ ਤਾਂ ਬਾਉਂਡਡ ਵੇਰੀਏਸ਼ਨ ਦਾ ਹੋ ਜਾਊਗਾ। ਹੁਣੀ ਪ੍ਰੀਵੀਅਸ ਕਰੋਲਰੀ ਤੁਸੀਂ ਕੀਤੀ ਹੈ ਰੈਸੀਪ੍ਰੋਕਲ, ਠੀਕ ਹੈ। ਹੁਣ 1/g ਵੀ ਬਾਉਂਡਡ ਵੇਰੀਏਸ਼ਨ ਦਾ, f ਵੀ ਬਾਉਂਡਡ ਵੇਰੀਏਸ਼ਨ ਦਾ, ਤਾਂ ਦੋਨਾਂ ਦੀ ਜਿਹੜੀ ਮਲਟੀਪਲੀਕੇਸ਼ਨ ਹੈ ਦੈਟ ਇਜ਼ ਆਲਸੋ ਆਫ ਬਾਉਂਡਡ ਵੇਰੀਏਸ਼ਨ। ਇਹ ਵੀ ਤੁਸੀਂ ਰਿਜ਼ਲਟ ਕੀਤਾ ਹੋਇਆ ਕਿ ਅਗਰ ਦੋ ਫੰਕਸ਼ਨ ਬਾਉਂਡਡ ਵੇਰੀਏਸ਼ਨ ਦੇ ਹੈ ਦੈਨ ਉਹਨਾਂ ਦੀ ਮਲਟੀਪਲੀਕੇਸ਼ਨ ਵੀ ਬਾਉਂਡਡ ਵੇਰੀਏਸ਼ਨ ਹੋਏਗੀ।